ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਘੇੜਾ। ਵੀਕਲੀ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ, ਜਿੱਥੇ ਗੱਲਬਾਤ ਕਰਾਂਗੇ ਉਹਨਾਂ ਖਬਰਾਂ ਦੀ ਜਿਹੜੀਆਂ ਕੈਨੇਡਾ ਵਿੱਚ ਹਫ਼ਤਾ ਭਰ ਖਾਸ ਰਹੀਆਂ। ਨਜ਼ਰ ਮਾਰਦੇ ਹਾਂ ਸਭ ਤੋਂ ਪਹਿਲਾਂ ਹੈਡਲਾਈਨਸ ਤੇ। ਕੈਨੇਡਾ ਵਾਲਿਆਂ ਨੂੰ ਨਹੀਂ ਮਿਲ ਰਿਹਾ ਭਾਰਤ ਦਾ ਵੀਜ਼ਾ, ਇਲੈਕਟ੍ਰੋਨਿਕ ਵੀਜ਼ੇ ਬੰਦ, ਬੈਕਲੌਗ ਦੇ ਵਿੱਚ ਹੋਇਆ ਵਾਧਾ। ਕੀ ਹੈ ਕੈਨੇਡਾ ਵਿੱਚ 1.5 ਮਿਲੀਅਨ ਪ੍ਰਵਾਸੀਆਂ ਨੂੰ ਬੁਲਾਉਣ ਦਾ ਸੱਚ? ਸਰਕਾਰ ਨੇ ਕਿਉਂ ਰੱਖਿਆ ਟਾਰਗੇਟ? ਕੈਨੇਡਾ ਤੋਂ ਭਾਰਤ ਜਾਣ ਵਾਲੇ ਯਾਤਰੀਆਂ ਲਈ ਵੱਡਾ ਐਲਾਨ, ਹੁਣ ਨਹੀਂ ਭਰਨਾ ਪਵੇਗਾ ਏਅਰ ਸੁਵਿਧਾ ਫਾਰਮ। 4000 ਤੋਂ ਵੱਧ ਨੂੰ ਪੀਆਰ ਦਾ ਸੱਦਾ, ਐਕਸਪ੍ਰੈਸ ਐਂਟਰੀ ਦਾ ਡਰਾਅ। ਕੈਨੇਡਾ ਵਾਸੀਆਂ ਨੂੰ ਹੁਣ ਭਾਰਤ ਦਾ ਵੀਜ਼ਾ ਨਹੀਂ ਮਿਲ ਰਿਹਾ। ਜਿਹੜੇ ਕੈਨੇਡਾ ਤੋਂ ਭਾਰਤ ਦਾ ਸਫ਼ਰ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ। ਭਾਰਤ ਵੱਲੋਂ ਜੋ ਇਲੈਕਟ੍ਰੋਨਿਕ ਵੀਜ਼ਾ ਸਿਸਟਮ ਬੰਦ ਕੀਤਾ ਗਿਆ, ਉਸ ਤੋਂ ਬਾਅਦ ਹੁਣ ਕੈਨੇਡਾ ਤੋਂ ਭਾਰਤ ਜਾਣ ਵਾਲੇ ਆਪਣੀ ਪਰੇਸ਼ਾਨੀ ਦੱਸ ਰਹੇ ਨੇ। ਭਾਰਤ ਵਾਲੇ ਪਾਸਿਓਂ ਵੀ ਇਸ ਬਾਰੇ ਇੱਕ ਵੱਡੀ ਅਪਡੇਟ ਸਾਹਮਣੇ ਆਈ, ਜੋ ਤੁਹਾਨੂੰ ਇਸ ਖਬਰ ਦੇ ਵਿੱਚ ਦੱਸਾਂਗੇ। ਵੀਜ਼ਾ ਲੈਣ ਵਾਸਤੇ ਹੁਣ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਕੈਨੇਡਾ ਵਾਲਿਆਂ ਦੇ ਲਈ ਇੰਤਜ਼ਾਰ ਕਾਫੀ ਲੰਬਾ ਹੋ ਗਿਆ ਹੈ, ਕਿਉਂਕਿ ਭਾਰਤ ਦਾ ਵੀਜ਼ਾ ਉਹਨਾਂ ਨੂੰ ਛੇਤੀ ਨਹੀਂ ਮਿਲ ਰਿਹਾ। ਇਸ ਤਰ੍ਹਾਂ ਦੇ ਬਹੁਤ ਸਾਰੇ ਕੈਨੇਡੀਅਨਸ ਹਨ ਜਿਨ੍ਹਾਂ ਵੱਲੋਂ ਭਾਰਤ ਦੀ ਯਾਤਰਾ ਕਰਨ ਦੀ ਚਾਹਤ ਰੱਖੀ ਗਈ, ਪਰ ਉਹ ਭਾਰਤ ਦੀ ਯਾਤਰਾ ਨਹੀਂ ਕਰ ਪਾ ਰਹੇ। ਇਸ ਦਾ ਕਾਰਨ ਹੈ ਵੀਜ਼ਾ ਸੰਬੰਧੀ ਬੈਕਲੌਗ। ਲਗਾਤਾਰ ਇਸ ਬਾਰੇ ਹੁਣ ਯਾਤਰੀ ਆਪਣੀ ਪਰੇਸ਼ਾਨੀ ਦੱਸਦੇ ਹੋਏ ਦਿਖਾਈ ਦੇ ਰਹੇ ਨੇ ਕਿ ਕਿਵੇਂ ਈ ਵੀਜ਼ਾ ਪ੍ਰੋਗਰਾਮ ਬੰਦ ਹੋਣ ਤੋਂ ਬਾਅਦ ਉਹਨਾਂ ਨੂੰ ਵੀਜ਼ਾ ਹਾਸਲ ਕਰਨ ਦੇ ਵਿੱਚ ਦਿੱਕਤ ਹੋ ਰਹੀ ਹੈ। ਇਸ ਤੋਂ ਇਲਾਵਾ ਹਾਈ ਕਮਿਸ਼ਨਰ ਦਾ ਕਹਿਣਾ ਹੈ ਕਿ ਈ ਵੀਜ਼ਾ ਨੂੰ ਮੁੜ ਬਹਾਲ ਕਰਨ ਸੰਬੰਧੀ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ। ਦੱਸ ਦਈਏ ਕਿ ਭਾਰਤ ਵੱਲੋਂ ਕੈਨੇਡਾ ਤੋਂ ਆਉਣ ਵਾਲਿਆਂ ਦੇ ਲਈ ਈ ਵੀਜ਼ਾ ਦੀ ਸਰਵਿਸ ਬੰਦ ਕੀਤੀ ਗਈ। ਅਜਿਹਾ ਸਿਰਫ ਕੈਨੇਡਾ ਹੀ ਨਹੀਂ ਬਲਕਿ ਹੋਰ ਕਈ ਦੇਸ਼ਾਂ ਵਾਸਤੇ ਵੀ ਕੀਤਾ ਗਿਆ, ਪਰ ਬਾਕੀ ਦੇਸ਼ਾਂ ਦੇ ਇਲੈਕਟ੍ਰੋਨਿਕ ਵੀਜ਼ੇ ਬਹਾਲ ਕਰ ਦਿੱਤੇ ਗਏ ਨੇ। ਪਰ ਕੈਨੇਡਾ ਦਾ ਅਜੇ ਵੀ ਇਲੈਕਟ੍ਰੋਨਿਕ ਵੀਜ਼ਾ ਪ੍ਰੋਗਰਾਮ ਬਹਾਲ ਨਹੀਂ ਹੋ ਸਕਿਆ, ਜਿਸ ਤੋਂ ਬਾਅਦ ਕਈ ਕੈਨੇਡਾ ਵਿੱਚ ਵਸਦੇ ਪੰਜਾਬੀ ਭਾਈਚਾਰੇ ਦੇ ਨਾਲ ਸੰਬੰਧਿਤ ਲੋਕ ਭਾਰਤ ਜਾਣ ਦੇ ਵਿੱਚ ਹੋਣ ਵਾਲੀ ਪਰੇਸ਼ਾਨੀ ਦਾ ਜ਼ਿਕਰ ਕਰਦੇ ਹੋਏ ਦਿਖਾਈ ਦੇ ਰਹੇ ਨੇ। ਕਈਆਂ ਦਾ ਤਾਂ ਕਹਿਣਾ ਹੈ ਕਿ ਉਹਨਾਂ ਦੇ ਘਰ ਦੇ ਵਿੱਚ ਜ਼ਰੂਰੀ ਸਮਾਗਮ ਸੀ ਜਿੱਥੇ ਉਹ ਨਹੀਂ ਪਹੁੰਚ ਸਕੇ। ਹੁਣ ਇਹਨਾਂ ਤਮਾਮ ਲੋਕਾਂ ਦੀ ਇਹੀ ਮੰਗ ਹੈ ਕਿ ਭਾਰਤ ਵੱਲੋਂ ਜਲਦ ਇਲੈਕਟ੍ਰੋਨਿਕ ਵੀਜ਼ਾ ਬਹਾਲ ਕਰ ਦਿੱਤੇ ਜਾਣ। ਦੂਜੇ ਪਾਸੇ ਹਾਈ ਕਮਿਸ਼ਨਰ ਵੱਲੋਂ ਵੀ ਇਸ ਬਾਰੇ ਆਪਣਾ ਬਿਆਨ ਜਾਰੀ ਕੀਤਾ ਗਿਆ, ਜਿੱਥੇ ਉਹਨਾਂ ਦਾ ਕਹਿਣਾ ਹੈ ਕਿ ਲਗਾਤਾਰ ਇਸ ਸੰਬੰਧੀ ਕਈ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਨੇ ਤਾਂ ਕਿ ਇਲੈਕਟ੍ਰੋਨਿਕ ਵੀਜ਼ਾ ਸਿਸਟਮ ਮੁੜ ਤੋਂ ਸ਼ੁਰੂ ਕਰ ਦਿੱਤਾ ਜਾਵੇ। ਕੈਨੇਡਾ ਵਿੱਚ 1.5 ਮਿਲੀਅਨ ਪ੍ਰਵਾਸੀਆਂ ਨੂੰ ਪੱਕਾ ਕੀਤਾ ਜਾਵੇਗਾ। ਕੈਨੇਡਾ ਵਿੱਚ ਜੋ ਇੰਨੇ ਪ੍ਰਵਾਸੀ ਬੁਲਾਏ ਜਾ ਰਹੇ ਨੇ, ਇਸ ਦਾ ਕੀ ਸੱਚ ਹੈ? ਇਸ ਬਾਰੇ ਇੱਕ ਰਿਪੋਰਟ ਸਾਹਮਣੇ ਆਈ, ਜਿੱਥੇ ਪਤਾ ਚੱਲਿਆ ਹੈ ਕਿ ਸਰਕਾਰ ਵੱਲੋਂ ਤੇ ਇਮੀਗ੍ਰੇਸ਼ਨ ਵਿਭਾਗ ਨੇ ਫੈਸਲਾ ਕਿਉਂ ਲਿਆ। ਦੱਸਿਆ ਜਾ ਰਿਹਾ ਹੈ ਕਿ ਲੇਬਰ ਦੀ ਘਾਟ ਨੂੰ ਧਿਆਨ ਵਿੱਚ ਰੱਖਦਿਆਂ ਹੀ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ, ਜਿੱਥੇ ਟਾਰਗੇਟ ਤੈਅ ਕੀਤਾ ਗਿਆ ਕਿ 1.5 ਮਿਲੀਅਨ ਪ੍ਰਵਾਸੀਆਂ ਨੂੰ ਪੀਆਰ ਦਿੱਤੀ ਜਾਵੇਗੀ। ਕੈਨੇਡਾ ਚਾਹੁੰਦਾ ਹੈ ਕਿ ਸਾਲ 2025 ਤੱਕ 1.5 ਮਿਲੀਅਨ ਇਮੀਗ੍ਰੈਂਟਸ ਨੂੰ ਕੈਨੇਡਾ ਵਿੱਚ ਬੁਲਾਇਆ ਜਾਵੇ। ਹੁਣ ਸਵਾਲ ਖੜਾ ਹੁੰਦਾ ਹੈ ਕਿ ਦੇਸ਼ ਅਜਿਹਾ ਕਿਉਂ ਚਾਹੁੰਦਾ ਹੈ। ਦਰਅਸਲ IRCC ਵੱਲੋਂ ਇਮੀਗ੍ਰੇਸ਼ਨ ਲੈਵਲਸ ਪਲਾਨ ਸਾਂਝਾ ਕੀਤਾ ਗਿਆ, ਜਿੱਥੇ ਦੱਸਿਆ ਗਿਆ ਕਿ 1 ਸਾਲ ਦੇ ਵਿੱਚ 5 ਲੱਖ ਪ੍ਰਵਾਸੀਆਂ ਨੂੰ ਪੱਕਾ ਕੀਤਾ ਜਾਵੇਗਾ, ਜਿਸ ਦਾ ਮਤਲਬ ਹੈ ਕਿ ਕੈਨੇਡਾ ਦੀ ਧਰਤੀ ਤੇ ਅਗਲੇ 3 ਸਾਲਾਂ ਵਿੱਚ 1.5 ਮਿਲੀਅਨ ਨਵੇਂ ਇਮੀਗ੍ਰੈਂਟਸ ਆਉਣਗੇ। ਹੁਣ ਤੁਹਾਨੂੰ ਦੱਸਦੇ ਹਾਂ ਕਿ ਆਖਿਰਕਾਰ ਕੈਨੇਡਾ ਵੱਲੋਂ ਇਹ ਯੋਜਨਾ ਕਿਉਂ ਬਣਾਈ ਗਈ ਹੈ। ਇਸ ਪਿੱਛੇ ਕਈ ਵੱਡੇ ਕਾਰਨ ਨੇ। ਸਭ ਤੋਂ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਆਬਾਦੀ ਦੇ ਵਿੱਚ ਵਾਧਾ ਹੋਵੇਗਾ। ਪਿਛਲੇ ਸਾਲ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਐਲਾਨ ਕੀਤਾ ਗਿਆ ਕਿ 4 ਲੱਖ ਤੋਂ ਵੱਧ ਪ੍ਰਵਾਸੀਆਂ ਨੂੰ ਪੱਕਾ ਕੀਤਾ ਜਾਵੇਗਾ, ਜੋ ਕਿ ਇੱਕ ਰਿਕਾਰਡ ਅੰਕੜਾ ਉਹਨਾਂ ਵੱਲੋਂ ਸਾਂਝਾ ਕੀਤਾ ਗਿਆ। ਮੌਜੂਦਾ ਸਮੇਂ ਕੈਨੇਡਾ ਵਿੱਚ ਆਬਾਦੀ ਕਾਫੀ ਘੱਟ ਹੈ ਤੇ ਆਬਾਦੀ ਕਾਫੀ ਬੁੱਢੀ ਵੀ ਹੋ ਰਹੀ ਹੈ। ਘੱਟ ਬਰਥ ਰੇਟ ਹੋਣ ਦੇ ਕਾਰਨ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਕੈਨੇਡਾ ਵੱਲੋਂ ਜ਼ਿਆਦਾ ਤੋਂ ਜ਼ਿਆਦਾ ਇਮੀਗ੍ਰੈਂਟਸ ਨੂੰ ਅਟਰੈਕਟ ਕੀਤਾ ਜਾ ਰਿਹਾ ਹੈ। ਮੌਜੂਦਾ ਸਮੇਂ ਲੇਬਰ ਦੀ ਵੀ ਘਾਟ ਦੇਖਣ ਨੂੰ ਮਿਲ ਰਹੀ ਹੈ। ਇਸ ਸਭ ਵਾਸਤੇ ਇਮੀਗ੍ਰੇਸ਼ਨ ਇੱਕ ਅਹਿਮ ਕਿਰਦਾਰ ਅਦਾ ਕਰਦਾ ਹੈ। ਇਸ ਤੋਂ ਇਲਾਵਾ ਇਹ ਵੀ ਸਵਾਲ ਖੜਾ ਹੋ ਰਿਹਾ ਹੈ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਜੋ ਇੱਕ ਵੱਡਾ ਟਾਰਗੇਟ ਤੈਅ ਕੀਤਾ ਗਿਆ, ਕਿ ਇਸ ਨੂੰ ਪੂਰਾ ਕੀਤਾ ਜਾ ਸਕੇਗਾ। ਹਾਲ ਹੀ ਦੇ ਵਿੱਚ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਇਸ ਬਾਰੇ ਇੰਟਰਵਿਊ ਦੇ ਵਿੱਚ ਬੋਲੇ ਨੇ, ਜਿੱਥੇ ਉਹਨਾਂ ਦਾ ਕਹਿਣਾ ਹੈ ਕਿ ਕਰੋਨਾ ਦਾ ਅਸਰ ਅਜੇ ਵੀ ਇਮੀਗ੍ਰੇਸ਼ਨ ਦੇ ਉੱਪਰ ਦਿਖਾਈ ਦੇ ਰਿਹਾ ਹੈ। ਸਾਲ 2023 ਤੱਕ ਕੈਨੇਡਾ ਦਾ ਟੀਚਾ ਹੈ ਕਿ 76,000 ਰਿਫਿਊਜੀਆਂ ਨੂੰ ਵੀ ਸੈਟਲ ਕੀਤਾ ਜਾ ਸਕੇ। ਹੁਣ ਦੇਖਣਾ ਹੋਵੇਗਾ ਕਿ ਇਮੀਗ੍ਰੇਸ਼ਨ ਦੇ ਨਾਲ ਜੁੜਿਆ ਹੋਇਆ ਇਹ ਟਾਰਗੇਟ ਕਦੋਂ ਅਤੇ ਕਿਸ ਤਰ੍ਹਾਂ ਪੂਰਾ ਕੀਤਾ ਜਾਂਦਾ ਹੈ।
ਇਮੀਗ੍ਰੇਸ਼ਨ ਵਿਭਾਗ ਤਾਂ ਲਗਾਤਾਰ ਇਸ ਬਾਰੇ ਅਪਡੇਟ ਸਾਂਝੀ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਇਮੀਗ੍ਰੇਸ਼ਨ ਦੇ ਨਾਲ ਜੁੜਿਆ ਹੋਇਆ ਇਹ ਟਾਰਗੇਟ ਪੂਰਾ ਕਰ ਲਿਆ ਜਾਵੇਗਾ। ਕੈਨੇਡਾ ਤੋਂ ਭਾਰਤ ਦਾ ਸਫ਼ਰ ਕਰਨ ਵਾਲਿਆਂ ਦੇ ਲਈ ਇੱਕ ਰਾਹਤ ਦੀ ਖਬਰ ਸਾਹਮਣੇ ਆਈ, ਜਿੱਥੇ ਭਾਰਤ ਜਾਣ ਵਾਲੇ ਯਾਤਰੀਆਂ ਨੂੰ ਹੁਣ 에ਅਰ ਸੁਵਿਧਾ ਫਾਰਮ ਭਰਨ ਦੀ ਜ਼ਰੂਰਤ ਨਹੀਂ ਹੋਵੇਗੀ। ਦਰਅਸਲ ਕਰੋਨਾ ਵਾਇਰਸ ਦੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਭਾਰਤ ਵਾਲੇ ਪਾਸਿਓਂ ਫੈਸਲਾ ਲਿਆ ਗਿਆ, ਜਿੱਥੇ ਜ਼ਰੂਰੀ ਸੀ ਕਿ ਯਾਤਰੀ ਸਫ਼ਰ ਕਰਨ ਤੋਂ ਪਹਿਲਾਂ 에ਅਰ ਸੁਵਿਧਾ ਫਾਰਮ ਜ਼ਰੂਰ ਭਰਨ, ਜਿੱਥੇ ਵੈਕਸੀਨੇਸ਼ਨ ਅਤੇ ਕਰੋਨਾ ਸਿੰਪਟਮਸ ਦੀ ਸਾਰੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਸੀ, ਪਰ ਹੁਣ ਇਸ ਨੂੰ ਖਤਮ ਕੀਤਾ ਗਿਆ। ਕੈਨੇਡਾ ਤੋਂ ਭਾਰਤ ਦਾ ਸਫ਼ਰ ਕਰਨ ਵਾਲਿਆਂ ਦੇ ਲਈ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਭਾਰਤ ਜਾਣ ਵਾਸਤੇ ਹੁਣ ਅੰਤਰਰਾਸ਼ਟਰੀ ਹਵਾਈ ਯਾਤਰੀਆਂ ਨੂੰ 에ਅਰ ਸੁਵਿਧਾ ਫਾਰਮ ਨਹੀਂ ਭਰਨਾ ਪਵੇਗਾ। ਇਹ ਨਵੇਂ ਨਿਯਮ 22 ਨਵੰਬਰ ਜਾਣੀ ਕਿ ਅੱਜ ਤੋਂ ਲਾਗੂ ਹੋ ਚੁੱਕੇ ਨੇ। ਜੀ ਹਾਂ, ਭਾਰਤ ਵੱਲੋਂ ਕਰੋਨਾ ਵਾਇਰਸ ਦੇ ਮੱਦੇਨਜ਼ਰ ਜਿਹੜਾ 에ਅਰ ਸੁਵਿਧਾ ਪੋਰਟਲ ਚਲਾਇਆ ਗਿਆ ਸੀ, ਹੁਣ ਉਹਨੂੰ ਬੰਦ ਕੀਤਾ ਜਾ ਰਿਹਾ ਹੈ। ਤਾਜ਼ਾ ਜਾਣਕਾਰੀ ਮੁਤਾਬਕ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਉਡਾਣ ਤੋਂ ਪਹਿਲਾਂ ਪੋਰਟਲ ਉੱਪਰ ਕੋਈ ਡਿਟੇਲ ਭਰਨ ਦੀ ਜ਼ਰੂਰਤ ਨਹੀਂ ਹੋਵੇਗੀ। ਭਾਰਤ ਦੇ ਹਵਾਬਾਜ਼ੀ ਮੰਤਰਾਲੇ ਵੱਲੋਂ ਟਵੀਟ ਕਰਦਿਆਂ ਇਸ ਦੀ ਜਾਣਕਾਰੀ ਦਿੱਤੀ ਗਈ। ਟਵੀਟ ਦੇ ਵਿੱਚ ਹਵਾਬਾਜ਼ੀ ਮੰਤਰਾਲੇ ਦਾ ਕਹਿਣਾ ਹੈ ਕਿ ਕੋਵਿਡ-19 ਦੇ ਘਟ ਰਹੇ ਮਾਮਲੇ ਅਤੇ ਦੁਨੀਆ ਭਰ ਦੇ ਵਿੱਚ ਵੈਕਸੀਨ ਦੀ ਕਵਰੇਜ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਵੱਲੋਂ ਇਹ ਤਾਜ਼ਾ ਫੈਸਲਾ ਲਿਆ ਗਿਆ। ਦੱਸ ਦਈਏ ਕਿ 에ਅਰ ਸੁਵਿਧਾ ਫਾਰਮ ਆਨਲਾਈਨ ਭਰਿਆ ਜਾਂਦਾ ਸੀ ਅਤੇ ਉਡਾਣ ਵਾਸਤੇ ਇਸ ਫਾਰਮ ਦਾ ਪ੍ਰਿੰਟ ਯਾਤਰੀਆਂ ਨੂੰ ਨਾਲ ਲੈ ਕੇ ਜਾਣਾ ਪੈਂਦਾ ਸੀ। ਇਸ ਦੀ ਸ਼ੁਰੂਆਤ ਸਾਲ 2020 ਅਗਸਤ ਮਹੀਨੇ ਦੌਰਾਨ ਹੋਈ। ਇਸ ਰਾਹੀਂ ਯਾਤਰੀ ਆਪਣੇ ਬਾਰੇ ਅਤੇ ਆਪਣੀ ਉਡਾਣ ਬਾਰੇ ਜਾਣਕਾਰੀ ਸਾਂਝੀ ਕਰਦੇ। ਇਸ ਫਾਰਮ ਵਿੱਚ ਯਾਤਰੀ ਆਪਣੇ ਭਾਰਤ ਵਿਚਲੀ ਪਹੁੰਚਣ ਵਾਲੀ ਥਾਂ ਦਾ ਪਤਾ ਵੀ ਦਿੰਦੇ ਸਨ। ਇਹ ਫਾਰਮ ਰਾਜ ਅਤੇ ਸਿਹਤ ਵਿਭਾਗ ਕੋਲ ਜਾਂਦਾ ਸੀ ਤੇ ਵਿਭਾਗ ਯਾਤਰੀ ਤੋਂ ਕੋਵਿਡ ਦੇ ਸਿੰਪਟਮਸ ਬਾਰੇ ਅਪਡੇਟ ਹਾਸਲ ਕਰਦਾ ਸੀ। ਜੋ ਵਿਅਕਤੀ ਇਹ ਜਮ੍ਹਾਂ ਕਰਵਾਉਂਦਾ ਉਸ ਨੂੰ ਕੋਵਿਡ ਟੈਸਟ ਲਈ ਵੀ ਬੁਲਾਇਆ ਜਾਂਦਾ ਸੀ। ਇਹ ਨਵੇਂ ਨਿਯਮ ਅੱਜ ਤੋਂ ਲਾਗੂ ਹੋ ਗਏ ਨੇ, ਜਿਸ ਦਾ ਮਤਲਬ ਹੈ ਕਿ ਅੱਜ ਤੋਂ ਭਾਰਤ ਜਾਣ ਵਾਲੇ ਯਾਤਰੀਆਂ ਨੂੰ ਹੁਣ ਫਾਰਮੈਲਿਟੀਜ਼ ਭਰਨੀਆਂ ਨਹੀਂ ਪੈਣਗੀਆਂ। ਭਾਰਤ ਸਰਕਾਰ ਵੱਲੋਂ ਅੰਤਰਰਾਸ਼ਟਰੀ ਯਾਤਰੀਆਂ ਵਾਸਤੇ ਨਵੀਂ ਗਾਈਡਲਾਈਨ ਜਾਰੀ ਕੀਤੀ ਗਈ ਹੈ, ਜਿਸ ਵਿੱਚ ਯਾਤਰੀਆਂ ਨੂੰ ਪੂਰੀ ਤਰ੍ਹਾਂ ਵੈਕਸੀਨੇਟਡ ਹੋਣ ਦੀ ਅਪੀਲ ਕੀਤੀ ਗਈ। ਸਰਕਾਰ ਦੁਆਰਾ ਉਡਾਣ ਦੌਰਾਨ ਕੋਵਿਡ-19 ਸੰਬੰਧੀ ਨਿਯਮ ਜਿਵੇਂ ਕਿ ਸਰੀਰਕ ਦੂਰੀ ਅਤੇ ਮਾਸਕ ਪਾਉਣ ਆਦਿ ਸਲਾਹ ਦਿੱਤੀ ਗਈ। ਧਿਆਨ ਦੇਣ ਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਪਿਛਲੇ ਹਫ਼ਤੇ ਉਡਾਣਾਂ ਦੌਰਾਨ ਲਾਜ਼ਮੀ ਮਾਸਕ ਦੀ ਸ਼ਰਤ ਨੂੰ ਵੀ ਹਟਾ ਦਿੱਤਾ ਗਿਆ ਸੀ। ਵਿਭਾਗ ਵੱਲੋਂ ਕੋਵਿਡ-19 ਦੇ ਸਿੰਪਟਮਸ ਵਾਲੇ ਵਿਅਕਤੀਆਂ ਨੂੰ ਇਕਾਂਤਵਾਸ ਕਰਨ ਦੇ ਲਈ ਕਿਹਾ ਗਿਆ ਹੈ। ਗਾਈਡਲਾਈਨਸ ਮੁਤਾਬਕ 에ਅਰਪੋਰਟ ਤੇ ਯਾਤਰੀਆਂ ਦੀ ਸਕਰੀਨਿੰਗ ਦੌਰਾਨ ਕੋਵਿਡ-19 ਦੇ ਸਿੰਪਟਮ ਵਾਲੇ ਵਿਅਕਤੀਆਂ ਨੂੰ ਕੋਵਿਡ-19 ਟੈਸਟ ਕਰਵਾਉਣਾ ਪਵੇਗਾ। ਇੱਥੇ ਇਹ ਵੀ ਦੱਸਣਯੋਗ ਹੈ ਕਿ ਕੈਨੇਡਾ ਵੱਲੋਂ 1 ਅਕਤੂਬਰ ਤੋਂ ਅੰਤਰਰਾਸ਼ਟਰੀ ਯਾਤਰੀਆਂ ਨੂੰ ਅਰਾਈਵ ਕੈਨ ਐਪ ਦੇ ਵਿੱਚ ਲਾਜ਼ਮੀ ਜਾਣਕਾਰੀ ਦੀ ਸ਼ਰਤ ਨੂੰ ਖਤਮ ਕੀਤਾ ਗਿਆ। ਇਸ ਹਫ਼ਤੇ ਐਕਸਪ੍ਰੈਸ ਐਂਟਰੀ ਦਾ ਡਰਾਅ ਕੱਢਿਆ ਗਿਆ, ਜਿਸ ਵਿੱਚ 4000 ਤੋਂ ਵੱਧ ਨੂੰ PR ਦੇ ਸੱਦੇ ਜਾਰੀ ਕੀਤੇ ਗਏ। ਦੱਸ ਦਈਏ ਕਿ ਇਹ 11ਵਾਂ ਡਰਾਅ ਹੈ ਜਿਹੜਾ 6 ਜੁਲਾਈ ਤੋਂ ਬਾਅਦ ਕੱਢਿਆ ਗਿਆ। ਪਹਿਲਾਂ 18 ਮਹੀਨਿਆਂ ਦੇ ਲਈ ਐਕਸਪ੍ਰੈਸ ਐਂਟਰੀ ਦੇ ਸਾਰੇ ਡਰਾਅ ਰੋਕ ਦਿੱਤੇ ਗਏ। ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ, ਜਦੋਂ ਐਕਸਪ੍ਰੈਸ ਐਂਟਰੀ ਦਾ ਡਰਾਅ ਐਲਾਨ ਕੀਤਾ ਗਿਆ। ਇਸ ਵਿੱਚ ਕਈ ਉਮੀਦਵਾਰਾਂ ਨੂੰ PR ਹਾਸਲ ਕਰਨ ਦਾ ਮੌਕਾ ਮਿਲਿਆ ਹੈ। 23 ਨਵੰਬਰ ਨੂੰ ਇਮੀਗ੍ਰੇਸ਼ਨ ਵਿਭਾਗ ਵੱਲੋਂ ਡਰਾਅ ਕੱਢਿਆ ਗਿਆ, ਜਿੱਥੇ 4000 ਤੋਂ ਵੱਧ ਸੱਦੇ ਜਾਰੀ ਕੀਤੇ ਗਏ। ਦੱਸ ਦਈਏ ਕਿ 6 ਜੁਲਾਈ ਤੋਂ ਬਾਅਦ ਇਹ 11ਵਾਂ ਡਰਾਅ ਕੱਢਿਆ ਗਿਆ, ਜਿੱਥੇ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ 4750 ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਤੇ ਉਮੀਦਵਾਰਾਂ ਨੂੰ ਇਸ ਡਰਾਅ ਤਹਿਤ ਕੰਪ੍ਰੀਹੈਂਸਿਵ ਰੈਂਕਿੰਗ ਸਿਸਟਮ 491 ਦੀ ਜ਼ਰੂਰਤ ਰਹੀ। ਐਲੀਜੀਬਲ ਕੈਂਡੀਡੇਟਸ ਕੈਨੇਡੀਅਨ ਐਕਸਪੀਰੀਅੰਸ ਕਲਾਸ, ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਅਤੇ ਫੈਡਰਲ ਸਕਿਲਡ ਟ੍ਰੇਡਸ ਪ੍ਰੋਗਰਾਮ ਦੇ ਨਾਲ ਸੰਬੰਧਿਤ ਸਨ। ਦੱਸਦੀਏ ਕਿ ਦਸੰਬਰ 2020 ਦੌਰਾਨ ਐਕਸਪ੍ਰੈਸ ਐਂਟਰੀ ਦੇ ਸਾਰੇ ਪ੍ਰੋਗਰਾਮਾਂ ਉੱਪਰ 18 ਮਹੀਨਿਆਂ ਦੇ ਲਈ ਰੋਕ ਲਗਾ ਦਿੱਤੀ ਗਈ। ਇਸ ਪਿੱਛੇ ਵਿਭਾਗ ਵੱਲੋਂ ਬੈਕਲੌਗ ਨੂੰ ਵੱਡਾ ਕਾਰਨ ਦੱਸਿਆ ਗਿਆ। ਸਿਰਫ PNP ਡਰਾਅ ਹੀ ਐਲਾਨ ਕੀਤੇ ਜਾ ਰਹੇ ਸਨ। 6 ਜੁਲਾਈ ਤੋਂ ਮੁੜ ਡਰਾਅ ਕੱਢਣ ਦੀ ਸ਼ੁਰੂਆਤ ਕੀਤੀ ਗਈ, ਜਿਸ ਤੋਂ ਬਾਅਦ ਲਗਾਤਾਰ ਡਰਾਅ ਕੱਢੇ ਜਾ ਰਹੇ ਨੇ ਤੇ ਤਾਜ਼ਾ ਡਰਾਅ 11ਵਾਂ ਦੱਸਿਆ ਜਾ ਰਿਹਾ ਹੈ। ਇੱਥੇ ਦੱਸਣਯੋਗ ਹੈ ਕਿ ਇਮੀਗ੍ਰੇਸ਼ਨ ਵਿਭਾਗ ਵੱਲੋਂ ਐਕਸਪ੍ਰੈਸ ਐਂਟਰੀ ਦੇ ਵਿੱਚ ਕੁਝ ਵੱਡੇ ਬਦਲਾਅ ਕੀਤੇ ਗਏ, ਜਿੱਥੇ ਨਵੇਂ ਕਾਰੋਬਾਰ ਲਿਸਟ ਵਿੱਚ ਸ਼ਾਮਲ ਕੀਤੇ ਗਏ, ਜਿਨ੍ਹਾਂ ਦੇ ਨਾਮ ਕੁਝ ਇਸ ਪ੍ਰਕਾਰ ਨੇ: ਪੇਰੋਲ ਐਡਮਿਨਿਸਟ੍ਰੇਟਰਸ, ਡੈਂਟਲ ਅਸਿਸਟੈਂਟਸ ਐਂਡ ਡੈਂਟਲ ਲੈਬੋਰੇਟਰੀ ਅਸਿਸਟੈਂਟਸ, ਨਰਸਿਸ ਏਡਸ ਆਰਡਰ ਲਾਈਨ, pharmacy technician assistants and pharmacy assistants, elementary and secondary school teacher assistants, sheriffs and bailiffs, correctional service officers, bylaw enforcement ਅਤੇ other regulatory officers, residential and commercial installers and servicers, pest controllers and fumigators, other repairer and services, transport truck drivers,
bus drivers, subway operators, and other transit operators, heavy equipment operators, aircraft assemblers, and aircraft assembly inspectors. ਕੈਨੇਡਾ ਤੋਂ ਇਸ ਹਫ਼ਤੇ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਜਿੱਥੇ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ ਗਿਆ। ਇਹ ਵੀ ਪਤਾ ਚੱਲਿਆ ਕਿ 1 ਸਾਲ ਪਹਿਲਾਂ ਹੀ ਇਹ ਨੌਜਵਾਨ ਕੈਨੇਡਾ ਦੇ ਵਿੱਚ ਸਟੱਡੀ ਵੀਜ਼ਾ ਦੇ ਉੱਪਰ ਗਿਆ ਸੀ। ਹੁਣ ਇਸ ਬਾਰੇ ਹੋਰ ਕੀ ਜਾਣਕਾਰੀ ਸਾਹਮਣੇ ਆਈ ਹੈ ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਕੈਨੇਡਾ ਤੋਂ ਪੰਜਾਬੀ ਭਾਈਚਾਰੇ ਦੇ ਨਾਲ ਜੁੜੀ ਹੋਈ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਅੰਤਰਰਾਸ਼ਟਰੀ ਵਿਦਿਆਰਥੀ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ। ਇਹ ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡਾ ਵਿੱਚ ਪੜ੍ਹਾਈ ਕਰਨ ਵਾਸਤੇ ਆਇਆ ਸੀ, ਜਿਸ ਬਾਰੇ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਦੱਸ ਦਈਏ ਕਿ ਇਸ ਵਿਦਿਆਰਥੀ ਦਾ ਨਾਮ ਅਰਸ਼ਦੀਪ ਸਿੰਘ ਖੋਸਾ ਹੈ, ਜਿਸ ਦੀ ਹਾਰਟ ਅਟੈਕ ਦੇ ਕਾਰਨ ਮੌਤ ਹੋ ਗਈ। ਅਰਸ਼ਦੀਪ ਸਿੰਘ ਖੋਸਾ ਦੀ ਉਮਰ 22 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ, ਜੋ ਕਿ 1 ਸਾਲ ਪਹਿਲਾਂ ਪੰਜਾਬ ਤੋਂ ਕੈਨੇਡਾ ਵਿੱਚ ਸਟੂਡੈਂਟ ਵੀਜ਼ੇ ਦੇ ਉੱਪਰ ਆਇਆ। ਪੁਲਿਸ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਅਰਸ਼ਦੀਪ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਸਰੀ ਦੇ ਵਿੱਚ ਰਹਿ ਰਿਹਾ ਸੀ। ਬੀਤੇ ਵੀਰਵਾਰ 18 ਨਵੰਬਰ 2022 ਨੂੰ ਹਾਰਟ ਅਟੈਕ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਕੋਟ ਕਰੋੜ ਕਲਾਂ ਦੇ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ। ਹੁਣ ਇਹ ਮੰਦਭਾਗੀ ਖਬਰ ਸਾਹਮਣੇ ਆਉਣ ਤੋਂ ਬਾਅਦ ਪੰਜਾਬੀ ਭਾਈਚਾਰੇ ਦੇ ਵਿੱਚ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਤੇ ਅਰਸ਼ਦੀਪ ਵਾਸਤੇ ਗੋ ਫੰਡ ਵੀ ਚਲਾਇਆ ਜਾ ਰਿਹਾ ਹੈ। ਕੈਨੇਡਾ ਤੋਂ ਅੰਮ੍ਰਿਤਸਰ ਸਿੱਧੀ ਉਡਾਨ ਚਲਾਉਣ ਦੀ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ। ਕਈ ਮੰਤਰੀ ਵੀ ਇਸ ਸੰਬੰਧੀ ਆਪਣੀ ਆਵਾਜ਼ ਚੁੱਕਦੇ ਹੋਏ ਦਿਖਾਈ ਦਿੱਤੇ। ਇਸ ਹਫ਼ਤੇ ਇਸ ਬਾਰੇ ਇੱਕ ਤਾਜ਼ਾ ਅਪਡੇਟ ਸਾਹਮਣੇ ਆਈ ਜਿੱਥੇ ਪਤਾ ਚੱਲਿਆ ਹੈ ਕਿ ਇਸ ਤਰ੍ਹਾਂ ਦੇ ਨਿਯਮਾਂ ਦੇ ਵਿੱਚ ਬਦਲਾਅ ਕੀਤਾ ਗਿਆ, ਜਿਸ ਤੋਂ ਬਾਅਦ ਪੰਜਾਬੀ ਭਾਈਚਾਰਾ ਨਿਰਾਸ਼ ਦਿਖਾਈ ਦੇ ਰਿਹਾ ਹੈ। ਕੀ ਇਹ ਪੂਰੀ ਜਾਣਕਾਰੀ ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਕੈਨੇਡਾ ਤੋਂ ਅੰਮ੍ਰਿਤਸਰ ਦੇ ਨਾਲ ਸਿੱਧੀਆਂ ਉਡਾਨਾਂ ਚੱਲਣਗੀਆਂ। ਇੱਕ ਵਾਰ ਫਿਰ ਤੋਂ ਇਸ ਗੱਲ ਨੂੰ ਲੈ ਕੇ ਚਰਚਾ ਹੋਈ ਹੈ ਤੇ ਪੰਜਾਬੀਆਂ ਦੇ ਵਿੱਚ ਇੱਕ ਵਾਰ ਫਿਰ ਤੋਂ ਉਮੀਦ ਜਾਗੀ ਹੈ ਕਿ ਜਲਦ ਕੈਨੇਡਾ ਤੋਂ ਅੰਮ੍ਰਿਤਸਰ ਦੇ ਨਾਲ ਸਿੱਧੀਆਂ ਉਡਾਨਾਂ ਦੀ ਸ਼ੁਰੂਆਤ ਹੋ ਜਾਏਗੀ। ਇਸ ਤੋਂ ਇਲਾਵਾ ਦੱਸ ਦਈਏ ਕਿ ਟਰਾਂਸਪੋਰਟ ਐਗਰੀਮੈਂਟ ਦੇ ਵਿੱਚ ਜੋ ਵਿਸਤਾਰ ਹੋਇਆ, ਉੱਥੇ ਅੰਮ੍ਰਿਤਸਰ ਦਾ ਨਾਮ ਨਾ ਸ਼ਾਮਿਲ ਹੋਣ ਕਾਰਨ ਪੰਜਾਬੀ ਭਾਈਚਾਰਾ ਨਿਰਾਸ਼ ਦਿਖਾਈ ਦੇ ਰਿਹਾ ਹੈ। ਦਰਅਸਲ ਕੈਨੇਡਾ ਸਰਕਾਰ ਵੱਲੋਂ ਭਾਰਤ ਨੂੰ ਜਾਣ ਵਾਲੀਆਂ ਉਡਾਨਾਂ ਸੰਬੰਧੀ ਇੱਕ ਅਹਿਮ ਫੈਸਲਾ ਲੈਂਦਿਆਂ ਏਅਰ ਟਰਾਂਸਪੋਰਟ ਐਗਰੀਮੈਂਟ ਦੇ ਵਿੱਚ ਕੁਝ ਬਦਲਾਅ ਕੀਤੇ ਗਏ, ਜਿਸ ਨਾਲ ਕੈਨੇਡਾ ਤੋਂ ਅੰਮ੍ਰਿਤਸਰ ਨੂੰ ਸਿੱਧੀਆਂ ਉਡਾਨਾਂ ਦਾ ਮਸਲਾ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਹੈ। ਹਾਲ ਹੀ 'ਚ ਕੈਨੇਡਾ ਦੇ ਟਰਾਂਸਪੋਰਟ ਮੰਤਰੀ ਨੇ ਐਲਾਨ ਕਰਦਿਆਂ ਕਿਹਾ ਕਿ ਹੁਣ ਦੋਵੇਂ ਦੇਸ਼ਾਂ ਦਰਮਿਆਨ ਅਣਗਿਣਤ ਹਵਾਈ ਉਡਾਨਾਂ ਆ ਸਕਦੀਆਂ ਨੇ। ਇਸ ਤੋਂ ਪਹਿਲਾਂ ਹਫ਼ਤੇ ਦੇ ਵਿੱਚ ਸਿਰਫ 35 ਉਡਾਨਾਂ ਹੀ ਜਾ ਸਕਦੀਆਂ ਸਨ। ਪ੍ਰਾਪਤ ਜਾਣਕਾਰੀ ਮੁਤਾਬਕ ਕੈਨੇਡਾ ਤੇ ਭਾਰਤ ਦਰਮਿਆਨ ਹਵਾਈ ਸਮਝੌਤਾ 1982 ਦੌਰਾਨ ਹੋਇਆ ਸੀ ਤੇ ਸਾਲ 2011 ਦੇ ਵਿੱਚ ਇਸ ਅੰਦਰ ਵਿਸਤਾਰ ਕੀਤਾ ਗਿਆ। ਕੈਨੇਡੀਅਨ ਸਰਕਾਰ ਵੱਲੋਂ ਸਮਝੌਤੇ ਦੇ ਵਿੱਚ ਜੋ ਵਿਸਤਾਰ ਕੀਤਾ ਗਿਆ, ਉਸ ਮੁਤਾਬਕ ਕੈਨੇਡੀਅਨ ਉਡਾਨਾਂ ਦਿੱਲੀ ਤੋਂ ਇਲਾਵਾ ਬੰਗਲੌਰ, ਚੇਨਈ, ਹੈਦਰਾਬਾਦ, ਕਲਕੱਤਾ ਤੇ ਮੁੰਬਈ ਦੇ ਹਵਾਈ ਅੱਡਿਆਂ ਤੇ ਉਤਰ ਸਕਣਗੀਆਂ। ਇਸੇ ਤਰ੍ਹਾਂ ਭਾਰਤੀ ਉਡਾਨਾਂ ਟੋਰਾਂਟੋ, ਮੌਂਟਰੀਅਲ, ਐਡਮਿੰਟਨ ਤੇ ਵੈਨਕੂਵਰ ਸਮੇਤ ਭਾਰਤ ਵੱਲੋਂ ਚੁਣੇ ਗਏ 2 ਹੋਰ ਹਵਾਈ ਅੱਡਿਆਂ ਤੇ ਪਹੁੰਚ ਸਕਣਗੀਆਂ। ਟਰਾਂਸਪੋਰਟ ਐਗਰੀਮੈਂਟ ਦੇ ਵਿੱਚ ਜੋ ਵਿਸਤਾਰ ਹੋਇਆ, ਉੱਥੇ ਅੰਮ੍ਰਿਤਸਰ ਦਾ ਨਾਮ ਨਾ ਸ਼ਾਮਿਲ ਹੋਣ ਕਾਰਨ ਪੰਜਾਬੀ ਭਾਈਚਾਰਾ ਨਿਰਾਸ਼ ਦਿਖਾਈ ਦੇ ਰਿਹਾ ਹੈ। ਦੱਸ ਦਈਏ ਕਿ ਕਾਫੀ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਕੈਨੇਡਾ ਤੇ ਪੰਜਾਬ ਦਰਮਿਆਨ ਸਿੱਧੀ ਉਡਾਨ ਸ਼ੁਰੂ ਹੋਣੀ ਚਾਹੀਦੀ ਹੈ। ਬਰੈਂਪਟਨ ਨਾਰਥ ਤੋਂ ਪੰਜਾਬੀ ਮੂਲ ਦੀ ਐਮਪੀ ਰੂਬੀ ਸਹੋਤਾ ਵੱਲੋਂ 2019 ਦੌਰਾਨ ਹਾਊਸ ਆਫ ਕਾਮਨਸ ਦੇ ਵਿੱਚ ਇਸ ਮਸਲੇ ਨੂੰ ਉਠਾਇਆ ਸੀ। ਮਾਰਚ ਮਹੀਨੇ ਦੌਰਾਨ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪੈਂਦੇ ਮਿਸ਼ਨ ਮਾਸਕੀ ਫਰੀਜ਼ਰ ਕੈਨੀਅਨ ਰਾਈਡਿੰਗ ਤੋਂ ਐਮਪੀ ਪੀ ਬ੍ਰੈਡ ਵਿਸ ਨੇ ਵੀ 14,000 ਤੋਂ ਵਧੇਰੇ ਵਿਅਕਤੀਆਂ ਦੇ ਦਸਤਖਤ ਵਾਲੀ ਇੱਕ ਪਟੀਸ਼ਨ ਨੂੰ ਹਾਊਸ ਆਫ ਕਾਮਨਸ ਦੇ ਵਿੱਚ ਰੱਖਿਆ ਅਤੇ ਕੈਨੇਡੀਅਨ ਸਰਕਾਰ ਤੋਂ ਮੰਗ ਕੀਤੀ ਗਈ। ਇਸ ਪਟੀਸ਼ਨ ਨੂੰ ਸ਼ੁਰੂ ਕਰਨ ਵਾਲੇ ਪੰਜਾਬੀ ਮੂਲ ਦੇ ਮੋਹਿਤ ਤੰਜੂ ਦਾ ਕਹਿਣਾ ਹੈ ਕਿ ਜਦੋਂ ਕੋਵਿਡ-19 ਦੌਰਾਨ ਬਹੁਤ ਸਾਰੇ ਪੰਜਾਬੀ ਮੂਲ ਦੇ ਵਿਅਕਤੀ ਭਾਰਤ ਫਸ ਗਏ ਸਨ ਤਾਂ ਉਹਨਾਂ ਨੂੰ ਕੈਨੇਡਾ ਲਿਆਉਣ ਵਾਸਤੇ ਇੱਕ ਉਡਾਨ ਅੰਮ੍ਰਿਤਸਰ ਤੋਂ ਚੱਲੀ ਸੀ, ਜਿਸ ਤੋਂ ਬਾਅਦ ਉਹਨਾਂ ਨੇ ਉਡਾਨ ਸ਼ੁਰੂ ਕਰਨ ਦੀ ਮੰਗ ਕਰਦਿਆਂ ਇੱਕ ਪਟੀਸ਼ਨ ਸ਼ੁਰੂ ਕੀਤੀ। ਪਹਿਲੀ ਵਾਰ ਘਰ ਖਰੀਦਣ ਵਾਲਿਆਂ ਦੇ ਲਈ ਇੱਕ ਨਵੀਂ ਜਾਣਕਾਰੀ ਇਸ ਹਫ਼ਤੇ ਸਾਹਮਣੇ ਆਈ ਜਿੱਥੇ ਲੋਨ ਪ੍ਰੋਗਰਾਮ ਦੇ ਵਿੱਚ ਬਦਲਾਅ ਕੀਤੇ ਗਏ ਨੇ। ਇੱਕ ਸੂਬੇ ਤੋਂ ਇਹ ਅਪਡੇਟ ਸਾਹਮਣੇ ਆ ਰਹੀ ਹੈ ਜਿੱਥੇ ਸਾਰੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਜਿਹੜੇ ਨਵੇਂ ਘਰ ਪਹਿਲੀ ਵਾਰ ਖਰੀਦ ਰਹੇ ਨੇ ਉਹਨਾਂ ਨੂੰ ਹੁਣ ਕਿਹੜੇ ਨਿਯਮਾਂ ਦਾ ਸਾਹਮਣਾ ਕਰਨਾ ਪਵੇਗਾ। ਨੋਵਾ ਸਕੋਸ਼ੀਆ ਸੂਬੇ ਤੋਂ ਘਰਾਂ ਦੇ ਬਾਰੇ ਜਾਣਕਾਰੀ ਸਾਹਮਣੇ ਆਈ ਜਿੱਥੇ ਨੋਵਾ ਸਕੋਸ਼ੀਆ ਵੱਲੋਂ ਘਰ ਲੈਣ ਵਾਸਤੇ ਬਣੇ ਲੋਨ ਪ੍ਰੋਗਰਾਮ ਦਾ ਵਿਸਥਾਰ ਕੀਤਾ ਗਿਆ। ਦੱਸ ਦਈਏ ਕਿ ਅਗਲੇ ਸਾਲ ਜਨਵਰੀ ਤੋਂ ਇਸ ਵਾਸਤੇ ਅਰਜ਼ੀਆਂ ਲੈਣ ਦੀ ਸ਼ੁਰੂਆਤ ਕੀਤੀ ਜਾਵੇਗੀ। ਜੀ ਹਾਂ, ਨੋਵਾ ਸਕੋਸ਼ੀਆ ਕੈਨੇਡਾ ਮਾਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਦੁਆਰਾ ਆਪਣੀ ਪ੍ਰੋਗਰਾਮ ਦੇ ਵਿੱਚ ਵਿਸਥਾਰ ਕੀਤਾ ਗਿਆ। ਡਾਊਨ ਪੇਮੈਂਟ ਅਸਿਸਟੈਂਟ ਪ੍ਰੋਗਰਾਮ ਆਪਣਾ ਪਹਿਲਾ ਘਰ ਖਰੀਦਣ ਵਾਲੇ ਯੋਗ ਵਿਅਕਤੀਆਂ ਨੂੰ ਜਾਇਦਾਦ ਦੀ ਕੀਮਤ ਦਾ 5% ਵਿਆਜ ਮੁਕਤ ਕਰਜ਼ਾ ਪ੍ਰਦਾਨ ਕਰਦਾ ਹੈ।
ਪ੍ਰੋਵਿੰਸ ਮੁਤਾਬਕ ਹੇਠ ਲਿਖੇ ਵਿਅਕਤੀ ਇਸ ਕੈਟਾਗਰੀ ਦੇ ਵਿੱਚ ਆਉਂਦੇ ਨੇ। ਪਹਿਲਾ, ਜਿਸ ਨੇ ਪਹਿਲਾਂ ਘਰ ਨਾ ਲਿਆ ਹੋਵੇ। ਦੂਸਰਾ, ਜਿਸ ਦਾ ਵਿਆਹ ਟੁੱਟਿਆ ਹੋਵੇ। ਤੀਸਰਾ, ਪਿਛਲੇ 4 ਸਾਲਾਂ ਦੇ ਵਿੱਚ ਬਿਨੇਕਾਰ ਜਾਂ ਫਿਰ ਉਸਦੇ ਸਾਥੀ ਦੀ ਕਿਸੇ ਘਰ ਵਿੱਚ ਮਲਕੀਅਤ ਨਾ ਹੋਵੇ। ਪ੍ਰੋਵਿੰਸ ਦੇ ਸਪੋਕਸਪਰਸਨ ਵੱਲੋਂ ਦੱਸਿਆ ਗਿਆ ਕਿ ਜਿਨ੍ਹਾਂ ਸਾਬਕਾ ਮਕਾਨ ਮਾਲਕਾਂ ਕੋਲ ਲੰਘੇ 4 ਵਰ੍ਹਿਆਂ ਦੌਰਾਨ ਕੋਈ ਜਾਇਦਾਦ ਨਹੀਂ ਹੈ, ਉਹ ਘਰ ਖਰੀਦ ਸਕਦੇ ਨੇ। ਉਹਨਾਂ ਦਾ ਕਹਿਣਾ ਹੈ ਕਿ ਇਸ ਵਾਸਤੇ ਸਿਰਫ ਇੱਕ ਸ਼ਰਤ ਹੈ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਲੋੜਾਂ ਜਿਵੇਂ ਕਿ ਆਮਦਨ ਦੀ ਸ਼ਰਤ ਰੱਖੀ ਗਈ ਹੈ। ਪ੍ਰੋਵਿੰਸ ਮੁਤਾਬਕ ਸਾਲ 2022 ਤੋਂ ਸਾਲ 2023 ਦੌਰਾਨ 108 ਅਰਜ਼ੀਆਂ ਨੂੰ ਮਨਜ਼ੂਰੀ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ ਕਿ ਇਹਨਾਂ ਤਾਜ਼ਾ ਤਬਦੀਲੀਆਂ ਦੇ ਮੱਦੇਨਜ਼ਰ ਕਿੰਨੇ ਹੋਰ ਲੋਕ ਯੋਗ ਹੋਣਗੇ, ਕਿਉਂਕਿ ਬਿਨੇਕਾਰਾਂ ਨੂੰ ਹੋਰ ਯੋਗਤਾਵਾਂ ਪੂਰਾ ਕਰਨ ਦੀ ਜ਼ਰੂਰਤ ਹੋਵੇਗੀ। ਯੋਗਤਾ ਪੂਰੀ ਕਰਨ ਵਾਸਤੇ ਪਰਿਵਾਰ ਦੀ ਕਮਾਈ $1,45,000 ਤੋਂ ਘੱਟ ਹੋਣੀ ਚਾਹੀਦੀ ਹੈ। ਵੱਧ ਤੋਂ ਵੱਧ ਡਾਊਨ ਪੇਮੈਂਟ ਲੋਨ $25,000 ਦਾ ਹੈ। ਇਹ ਲੋਨ ਜਾਰੀ ਹੋਣ ਤੋਂ 1 ਮਹੀਨੇ ਬਾਅਦ ਤੋਂ ਲੈ ਕੇ 10 ਵਰ੍ਹਿਆਂ ਦੌਰਾਨ ਵਾਪਸ ਕੀਤਾ ਜਾਵੇਗਾ। ਜਿਹੜੇ ਨਵੇਂ ਨਿਯਮ ਲਿਆਂਦੇ ਗਏ ਉਹ ਜਨਵਰੀ ਮਹੀਨੇ ਤੋਂ ਲਾਗੂ ਹੋਣਗੇ। ਪ੍ਰੋਵਿੰਸ ਵਿੱਚ ਨਵੀਂ ਪਰਿਭਾਸ਼ਾ ਦੇ ਆਧਾਰ ਤੇ ਅਰਜ਼ੀਆਂ ਨੂੰ ਜਨਵਰੀ ਮਹੀਨੇ ਤੋਂ ਸਵੀਕਾਰ ਕੀਤਾ ਜਾਵੇਗਾ। ਦੱਸੀਏ ਕਿ ਇਸ ਸਾਲ ਨੋਵਾ ਸਕੋਸ਼ੀਆ ਵਿੱਚ ਸੈਟਲ ਹੋਣ ਵਾਸਤੇ ਸਰਕਾਰ 5,430 ਬਿਨੇਕਾਰਾਂ ਦੀਆਂ ਅਰਜ਼ੀਆਂ ਮਨਜ਼ੂਰ ਕਰ ਸਕਦੀ ਹੈ, ਜੋ ਕਿ 40% ਵਾਧਾ ਹੋਵੇਗਾ। ਸਾਲ 2021 ਦੇ ਵਿੱਚ ਸੂਬਾ ਸਰਕਾਰ ਨੇ 3,887 ਅਰਜ਼ੀਆਂ ਮਨਜ਼ੂਰ ਕੀਤੀਆਂ ਸਨ। ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਵਿੱਚ 400 ਨਵੀਆਂ ਅਰਜ਼ੀਆਂ ਸ਼ਾਮਿਲ ਕੀਤੀਆਂ ਗਈਆਂ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 17% ਵੱਧ ਦੱਸੀਆਂ ਜਾ ਰਹੀਆਂ ਨੇ। ਟਰੱਕ ਡਰਾਈਵਰਾਂ ਨੂੰ ਵੀ ਹੁਣ ਪੀਆਰ ਆਸਾਨੀ ਦੇ ਨਾਲ ਮਿਲੇਗੀ, ਕਿਉਂਕਿ ਐਕਸਪ੍ਰੈਸ ਐਂਟਰੀ ਦੇ ਵਿੱਚ ਟਰੱਕ ਡਰਾਈਵਰਾਂ ਨੂੰ ਵੀ ਸ਼ਾਮਿਲ ਕਰ ਦਿੱਤਾ ਗਿਆ ਹੈ। ਜੀ ਹਾਂ, ਐਕਸਪ੍ਰੈਸ ਐਂਟਰੀ ਦੇ ਵਿੱਚ ਬਦਲਾਅ ਕੀਤੇ ਗਏ, ਜਿੱਥੇ ਕਈ ਕਾਰੋਬਾਰ ਜਿਹੜੇ ਨੇ ਉਹਨਾਂ ਨੂੰ ਲਿਸਟ ਵਿੱਚ ਸ਼ਾਮਿਲ ਕੀਤਾ ਗਿਆ ਤੇ ਇਸ ਵਿੱਚ ਜੋ ਟਰੱਕ ਡਰਾਈਵਿੰਗ ਹੈ ਉਸ ਨੂੰ ਵੀ ਐਡ ਕੀਤਾ ਗਿਆ। ਕੈਨੇਡਾ ਤੋਂ ਟਰੱਕ ਡਰਾਈਵਰਾਂ ਦੇ ਬਾਰੇ ਇੱਕ ਵੱਡੀ ਖਬਰ ਸਾਹਮਣੇ ਆਈ, ਜਿੱਥੇ ਕੈਨੇਡਾ ਵਿੱਚ ਹੁਣ ਟਰੱਕ ਡਰਾਈਵਰਾਂ ਵਾਸਤੇ ਪੀਆਰ ਹਾਸਲ ਕਰਨੀ ਸੌਖੀ ਹੋਵੇਗੀ। ਦਰਅਸਲ ਐਕਸਪ੍ਰੈਸ ਐਂਟਰੀ ਦੇ ਵਿੱਚ ਕੁਝ ਬਦਲਾਅ ਕੀਤੇ ਗਏ। ਪਿਛਲੇ ਦਿਨੀ ਜੋ ਬਦਲਾਅ ਕੀਤੇ ਗਏ ਉੱਥੇ ਕਈ ਨਵੇਂ ਆਕਿਊਪੇਸ਼ਨਸ ਐਕਸਪ੍ਰੈਸ ਐਂਟਰੀ ਦੀ ਲਿਸਟ ਵਿੱਚ ਸ਼ਾਮਿਲ ਕੀਤੇ ਗਏ ਤੇ ਇਸ ਲਿਸਟ ਵਿੱਚ ਟਰੱਕ ਡਰਾਈਵਰਾਂ ਨੂੰ ਵੀ ਰੱਖਿਆ ਗਿਆ ਹੈ। ਦਰਅਸਲ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ 16 ਨਵੇਂ ਆਕਿਊਪੇਸ਼ਨਸ ਐਕਸਪ੍ਰੈਸ ਐਂਟਰੀ ਦੀ ਲਿਸਟ ਵਿੱਚ ਸ਼ਾਮਿਲ ਕੀਤੇ ਗਏ ਹਨ। ਮੌਜੂਦਾ ਸਮੇਂ ਕੈਨੇਡਾ ਦੇ ਅਲੱਗ-ਅਲੱਗ ਕਾਰੋਬਾਰਾਂ ਦੇ ਵਿੱਚ ਲੇਬਰ ਦੀ ਘਾਟ ਦੇਖਣ ਨੂੰ ਮਿਲ ਰਹੀ ਹੈ। ਅਜਿਹਾ ਹੀ ਟਰੱਕ ਡਰਾਈਵਿੰਗ ਦੇ ਸੈਕਟਰ ਦੇ ਵਿੱਚ ਵੀ ਹੈ। ਟਰੱਕ ਡਰਾਈਵਰ ਦੀ ਭਾਰੀ ਕਮੀ ਕਾਫੀ ਚੁਣੌਤੀਆਂ ਲੈ ਕੇ ਆਈ ਹੈ। ਇਸ ਇੰਡਸਟਰੀ ਵਿੱਚ ਸਕਿਲਡ ਵਰਕਰਸ ਦੀ ਕਾਫੀ ਕਮੀ ਹੈ, ਜਿਸ ਦੇ ਪਿੱਛੇ ਕਈ ਕਾਰਨ ਮੰਨੇ ਜਾ ਰਹੇ ਨੇ। ਇੱਕ ਅਹਿਮ ਕਾਰਨ ਹੈ ਕੋਵਿਡ-19 ਪੈਂਡੇਮਿਕ। ਸਾਲ 2011 ਦੀ ਲੇਬਰ ਮਾਰਕੀਟ ਸਨੈਪਸ਼ਾਟ ਦੱਸਦੀ ਹੈ ਕਿ ਇਸ ਸਮੇਂ 18,000 ਟਰੱਕ ਡਰਾਈਵਿੰਗ ਸੈਕਟਰ ਦੇ ਵਿੱਚ ਨੌਕਰੀਆਂ ਖਾਲੀ ਪਈਆਂ ਹਨ। ਇਹਨਾਂ ਖਾਲੀ ਨੌਕਰੀਆਂ ਨੂੰ ਭਰਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਦਾ ਹੀ ਨਤੀਜਾ ਹੈ ਕਿ ਹੁਣ ਇਮੀਗ੍ਰੇਸ਼ਨ ਵਿਭਾਗ ਵੱਲੋਂ ਖਾਸ ਉਪਰਾਲਾ ਕੀਤਾ ਗਿਆ, ਜਿੱਥੇ ਉਹਨਾਂ ਨੇ ਐਕਸਪ੍ਰੈਸ ਐਂਟਰੀ ਦੇ ਵਿੱਚ ਬਦਲਾਵ ਕੀਤੇ ਹਨ। 4 ਲੱਖ ਲੋਕਾਂ ਨੂੰ ਨਵੀਂ ਨੌਕਰੀ ਮਿਲੀ ਹੈ, ਪਰ ਦੂਜੇ ਪਾਸੇ ਨੌਕਰੀਆਂ ਅਜੇ ਵੀ ਖਾਲੀ ਪਈਆਂ ਨੇ। 90,000 ਤੋਂ ਵੱਧ ਅਜੇ ਖਾਲੀ ਪਈਆਂ ਨੌਕਰੀਆਂ ਦੇ ਬਾਰੇ ਲਗਾਤਾਰ ਅਪਡੇਟ ਜਾਰੀ ਕੀਤੀ ਜਾ ਰਹੀ ਹੈ। ਸਭ ਤੋਂ ਵੱਧ ਨੌਕਰੀਆਂ ਜਿਹੜੀਆਂ ਖਾਲੀ ਨੇ ਉਹ ਹੈਲਥ ਕੇਅਰ ਸੈਕਟਰ ਦੇ ਨਾਲ ਜੁੜੀਆਂ ਹੋਈਆਂ ਹਨ। ਇਹਨਾਂ ਨੌਕਰੀਆਂ ਦੇ ਬਾਰੇ ਹੁਣ ਕੀ ਹੈ ਪੂਰੀ ਡਿਟੇਲ ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। 4 ਲੱਖ ਲੋਕਾਂ ਨੂੰ ਨਵੀਆਂ ਨੌਕਰੀਆਂ ਮਿਲੀਆਂ ਨੇ, ਜਿਸ ਬਾਰੇ 2 ਸੂਬਿਆਂ ਤੋਂ ਚੰਗੀ ਖਬਰ ਸਾਹਮਣੇ ਆਈ। ਦੱਸੀਏ ਕਿ ਅਜੇ ਵੀ ਬਹੁਤ ਸਾਰੀਆਂ ਨੌਕਰੀਆਂ ਖਾਲੀ ਪਈਆਂ ਨੇ, ਪਰ 2 ਸੂਬਿਆਂ ਦੇ ਵਿੱਚ 4 ਲੱਖ ਨਵੀਆਂ ਨੌਕਰੀਆਂ ਦੇ ਬਾਰੇ ਰਾਹਤ ਦੀ ਖਬਰ ਸਾਹਮਣੇ ਆਈ ਹੈ। ਦੱਸੀਏ ਕਿ ਸਤੰਬਰ ਮਹੀਨੇ ਬਾਰੇ ਜੋ ਅੰਕੜਾ ਸਾਂਝਾ ਕੀਤਾ ਗਿਆ, ਉਸ ਮੁਤਾਬਕ ਸਾਰੇ ਸੈਕਟਰਸ ਦੇ ਵਿੱਚ ਜੋ ਖਾਲੀ ਪਈਆਂ ਨੌਕਰੀਆਂ ਨੇ ਉਸ ਅੰਦਰ 3.8% ਦਾ ਵਾਧਾ ਦਰਜ ਕੀਤਾ ਗਿਆ, ਜਿਸ ਦਾ ਮਤਲਬ ਹੈ ਕਿ 9,94,800 ਨੌਕਰੀਆਂ ਅਜੇ ਵੀ ਖਾਲੀ ਪਈਆਂ ਹਨ। ਜਾਣਕਾਰੀ ਮੁਤਾਬਕ ਹੈਲਥ ਕੇਅਰ ਅਤੇ ਸੋਸ਼ਲ ਅਸਿਸਟੈਂਸ ਇੱਕ ਅਜਿਹਾ ਸੈਕਟਰ ਹੈ ਜਿੱਥੇ ਸਭ ਤੋਂ ਵੱਧ ਨੌਕਰੀਆਂ ਖਾਲੀ ਪਈਆਂ ਨੇ। ਹੈਲਥ ਕੇਅਰ ਐਂਡ ਸੋਸ਼ਲ ਅਸਿਸਟੈਂਸ ਦੇ ਵਿੱਚ 1,59,500 ਖਾਲੀ ਨੌਕਰੀਆਂ ਦੇ ਬਾਰੇ ਸਤੰਬਰ ਮਹੀਨੇ ਦੀ ਜਾਣਕਾਰੀ ਦਿੱਤੀ ਗਈ ਹੈ। ਇਨ੍ਹਾਂ ਖਾਲੀ ਪਈਆਂ ਨੌਕਰੀਆਂ ਦੇ ਵਿੱਚ 25% ਦਾ ਵਾਧਾ ਦਰਜ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਦੂਸਰਾ ਨੰਬਰ ਅਕੋਮੋਡੇਸ਼ਨ ਐਂਡ ਫੂਡ ਸਰਵਿਸਿਜ਼ ਦਾ ਆਉਂਦਾ ਹੈ, ਜਿੱਥੇ 1,52,400 ਨੌਕਰੀਆਂ ਖਾਲੀ ਪਈਆਂ ਨੇ। ਅਗਸਤ ਮਹੀਨੇ ਦੀ ਤੁਲਨਾ ਦੇ ਵਿੱਚ ਖਾਲੀ ਨੌਕਰੀਆਂ 12% ਵੱਧ ਦਰਜ ਕੀਤੀਆਂ ਗਈਆਂ। ਇਸ ਤੋਂ ਬਾਅਦ ਰੀਟੇਲ ਟ੍ਰੇਡ ਦੇ ਬਾਰੇ ਜੋ ਜਾਣਕਾਰੀ ਸਾਹਮਣੇ ਆਈ, ਉੱਥੇ ਵੀ ਖਾਲੀ ਪਈਆਂ ਨੌਕਰੀਆਂ ਦੇ ਵਿੱਚ ਵਾਧਾ ਦਰਜ ਕੀਤਾ ਗਿਆ।
ਸਤੰਬਰ ਮਹੀਨੇ ਦੇ ਆંકੜੇ ਮੁਤਾਬਕ 1,17,300 ਵੇਕੈਂਟ ਪੋਜੀਸ਼ਨਸ ਨੇ। ਪਹਿਲਾਂ ਦੇ ਮੁਕਾਬਲੇ 5.5% ਦਾ ਵਾਧਾ ਦਰਜ ਕੀਤਾ ਗਿਆ। ਪ੍ਰੋਫੈਸ਼ਨਲ, ਸਾਇੰਟੀਫਿਕ ਅਤੇ ਟੈਕਨੀਕਲ ਸਰਵਿਸਿਜ਼ ਦੇ ਵਿੱਚ 61,900 ਨੌਕਰੀਆਂ ਖਾਲੀ ਪਈਆਂ ਨੇ। ਮੈਨੂਫੈਕਚਰਿੰਗ ਸੈਕਟਰ ਦੇ ਵਿੱਚ ਸਤੰਬਰ ਮਹੀਨੇ ਖਾਲੀ ਨੌਕਰੀਆਂ ਦਾ ਆંકੜਾ ਘੱਟ ਦਰਜ ਕੀਤਾ ਗਿਆ। ਇੱਥੇ 76,000 ਨੌਕਰੀਆਂ ਖਾਲੀ ਪਈਆਂ ਹਨ, ਜਦਕਿ ਪਿਛਲੇ ਮਹੀਨੇ ਇਹ ਆંકੜਾ 92,100 ਦਾ ਸੀ। ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ ਇਸ ਸਮੇਂ ਖਾਲੀ ਨੌਕਰੀਆਂ ਚੁਣੌਤੀ ਬਣੀਆਂ ਹੋਈਆਂ ਨੇ। ਇਮੀਗ੍ਰੇਸ਼ਨ ਵਿਭਾਗ ਵੱਲੋਂ ਵੀ ਇਸ ਵਾਸਤੇ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ। ਉਹਨਾਂ ਵੱਲੋਂ ਇਮੀਗ੍ਰੇਸ਼ਨ ਦੇ ਵਿੱਚ ਵੀ ਕੁਝ ਬਦਲਾਵ ਕੀਤੇ ਗਏ ਤਾਂ ਕਿ ਜਿਹੜੀਆਂ ਖਾਲੀ ਨੌਕਰੀਆਂ ਨੇ ਉਹਨਾਂ ਨੂੰ ਭਰਿਆ ਜਾਵੇ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਫੈਸਲਾ ਲੈਂਦਿਆਂ ਕਿਹਾ ਗਿਆ ਕਿ ਉਹਨਾਂ ਦੇ ਉੱਪਰ ਜੋ ਕੁਝ ਘੰਟੇ ਕੰਮ ਕਰਨ ਦੀ ਰੋਕ ਹੈ ਉਸ ਨੂੰ ਵੀ ਹਟਾਇਆ ਜਾ ਰਿਹਾ ਹੈ। ਇਹ ਸਾਰੇ ਉਪਰਾਲੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਖਾਲੀ ਪਈਆਂ ਨੌਕਰੀਆਂ ਨੂੰ ਧਿਆਨ ਵਿੱਚ ਰੱਖਦਿਆਂ ਹੀ ਚੁੱਕੇ ਗਏ ਨੇ। ਪਾਕਿਸਤਾਨ ਦੇ ਨਵੇਂ ਫੌਜ ਮੁਖੀ ਦੀ ਚੋਣ ਹੋ ਗਈ ਹੈ। ਦੂਜੇ ਪਾਸੇ ਪਾਕਿਸਤਾਨ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਇਸ ਦਾ ਵੀ ਜ਼ਿਕਰ ਹੋ ਰਿਹਾ ਹੈ। ਦੱਸ ਦਈਏ ਕਿ ਪਾਕਿਸਤਾਨ ਦੇ ਵਿੱਚ ਇਸ ਸਮੇਂ ਆਰਥਿਕਤਾ ਦਾ ਸੰਕਟ ਦਿਖਾਈ ਦੇ ਰਿਹਾ ਹੈ। ਦੂਜੇ ਪਾਸੇ ਜੋ ਹੜ੍ਹ ਆਏ ਉਸ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਕਾਰਨ ਪ੍ਰਭਾਵਿਤ ਵੀ ਹੋਏ ਤੇ ਹੁਣ ਜੋ ਨਵੇਂ ਫੌਜ ਮੁਖੀ ਦੀ ਚੋਣ ਹੋਈ ਹੈ ਇਸ ਬਾਰੇ ਕੀ ਹੈ ਖਬਰ ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਪਾਕਿਸਤਾਨ ਦੇ ਨਵੇਂ ਫੌਜ ਮੁਖੀ ਦੀ ਚੋਣ ਹੋ ਗਈ ਹੈ। ਇਸ ਜ਼ਿੰਮੇਵਾਰੀ ਲੈਫਟੀਨੈਂਟ ਜਨਰਲ ਸਾਇਦ ਆਸਿਮ ਮੁਨੀਰ ਨੂੰ ਮਿਲੀ। ਦੱਸ ਦਈਏ ਕਿ ਇਹ ਫੈਸਲਾ ਉਸ ਵੇਲੇ ਆਇਆ ਜਦੋਂ ਰਾਜਨੀਤੀ ਦੇ ਵਿੱਚ ਪਾਕਿਸਤਾਨੀ ਫੌਜ ਦੀ ਭੂਮਿਕਾ ਨੂੰ ਲੈ ਕੇ ਤਿੱਖੀ ਬਹਿਸ ਚੱਲ ਰਹੀ ਹੈ। ਮੁਨੀਰ ਇਸ ਤੋਂ ਪਹਿਲਾਂ ਪਾਕਿਸਤਾਨ ਦੇ ਖੂਫੀਆ ਵਿੰਗ ਇੰਟਰ ਸਰਵਿਸਿਜ਼ ਇੰਟੈਲੀਜੈਂਸ ਦੇ ਮੁਖੀ ਵਜੋਂ ਕੰਮ ਕਰ ਚੁੱਕੇ ਨੇ, ਪਰ ਉਸ ਸਮੇਂ ਦੇ ਪ੍ਰਧਾਨ ਮੰਤਰੀ ਖਾਨ ਨਾਲ ਟਕਰਾਅ ਤੋਂ ਬਾਅਦ ਸਾਲ 2019 ਦੇ ਵਿੱਚ ਮੁਨੀਰ ਨੂੰ ISI ਦੇ ਮੁਖੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਪਾਕਿਸਤਾਨ ਇਸ ਸਮੇਂ ਕਮਜ਼ੋਰ ਆਰਥਿਕਤਾ ਦੇ ਨਾਲ ਜੂਝ ਰਿਹਾ ਹੈ। ਇਸ ਤੋਂ ਇਲਾਵਾ ਦੇਸ਼ ਦੇ ਵਿੱਚ ਜੋ ਹੜ੍ਹ ਆਇਆ ਉਸ ਤੋਂ ਬਾਅਦ ਵੀ ਭਾਰੀ ਨੁਕਸਾਨ ਹੋ ਚੁੱਕਿਆ ਹੈ। ਹੜ੍ਹ ਦੇ ਕਾਰਨ 33 ਮਿਲੀਅਨ ਤੋਂ ਵੱਧ ਲੋਕ ਪ੍ਰਭਾਵਿਤ ਹੋਏ। ਇਸ ਤੋਂ ਇਲਾਵਾ ਦੇਸ਼ ਦੇ ਵਿੱਚ ਸਿਆਸੀ ਸੰਕਟ ਵੀ ਚੱਲ ਰਿਹਾ ਹੈ। ਵਿਦੇਸ਼ੀ ਪਤਵੰਤਿਆਂ ਕੋਲੋਂ ਪ੍ਰਾਪਤ ਤੋਹਫਿਆਂ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਵੇਚਣ ਦੇ ਦੋਸ਼ ਵਿੱਚ ਇਮਰਾਨ ਖਾਨ ਨੂੰ ਕੁਝ ਮਹੀਨੇ ਪਹਿਲਾਂ ਹੀ ਇਲੈਕਸ਼ਨ ਟ੍ਰਿਬਿਊਨਲ ਨੇ ਸਰਕਾਰੀ ਅਹੁਦਾ ਸੰਭਾਲਣ ਤੋਂ ਅਯੋਗ ਕਰ ਦਿੱਤਾ। ਉਧਰ ਦੂਜੇ ਪਾਸੇ ਇਮਰਾਨ ਖਾਨ ਦਾ ਇਲਜ਼ਾਮ ਹੈ ਕਿ ਉਹਨਾਂ ਨੂੰ ਸ਼ਾਹਬਾਜ਼ ਸ਼ਰੀਫ ਨੇ ਅਮਰੀਕਾ ਨਾਲ ਮਿਲ ਕੇ ਇੱਕ ਸਾਜ਼ਿਸ਼ ਦੇ ਤਹਿਤ ਸੱਤਾ ਤੋਂ ਬਾਹਰ ਕੀਤਾ। ਸ਼ਰੀਫ ਅਤੇ ਅਮਰੀਕਾ ਦੋਵੇਂ ਇਹਨਾਂ ਦਾਅਵਿਆਂ ਨੂੰ ਝੂਠਾ ਕਹਿ ਰਹੇ ਨੇ। ਇਸਲਾਮਾਬਾਦ ਆਧਾਰਿਤ ਥਿੰਕ ਟੈਕ ਤਬਲਾਬ ਦੇ ਸੰਸਥਾਪਕ ਦਾ ਕਹਿਣਾ ਹੈ ਕਿ ਇਹ ਵੱਡੀ ਘਟਨਾ ਹੈ ਕਿਉਂਕਿ ਪਾਕਿਸਤਾਨ ਵਿੱਚ ਫੌਜ ਕੋਲ ਬਹੁਤ ਜ਼ਿਆਦਾ ਸ਼ਕਤੀਆਂ ਨੇ। ਇਸ ਤੋਂ ਇਲਾਵਾ ਆਰਥਿਕਤਾ ਨੂੰ ਲੈ ਕੇ ਐਕਸਪਰਟਸ ਵੱਲੋਂ ਭਵਿੱਖਬਾਣੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਅਗਲੀਆਂ ਚੋਣਾਂ ਤੱਕ ਪਾਕਿਸਤਾਨ ਵਿੱਚ ਸਿਆਸੀ ਆਰਥਿਕਤਾ ਬਰਕਰਾਰ ਰਹਿ ਸਕਦੀ ਹੈ। ਆਪਣੇ ਸਿਆਸੀ ਵਿਰੋਧੀਆਂ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾ ਖਾਨ ਅਤੇ ਉਹਨਾਂ ਦੀ ਪਾਰਟੀ PTI ਚੋਣਾਂ ਦੀ ਮੰਗ ਕਰਦਿਆਂ ਰੋਸ ਰੈਲੀਆਂ ਕਰ ਰਹੀ ਹੈ, ਪਰ ਮੌਜੂਦਾ ਸਰਕਾਰ ਅਗਸਤ ਸਾਲ 2023 ਤੋਂ ਪਹਿਲਾਂ ਨਿਰਧਾਰਿਤ ਚੋਣਾਂ ਕਰਵਾਉਣ ਦੇ ਆਪਣੇ ਇਰਾਦੇ ਤੋਂ ਪਿੱਛੇ ਹਟਣ ਤੋਂ ਇਨਕਾਰ ਕਰ ਰਹੀ ਹੈ। ਇੱਥੇ ਵੀ ਦੱਸਣਯੋਗ ਹੈ ਕਿ ਕੁਝ ਹਫ਼ਤੇ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਰੈਲੀ ਦੌਰਾਨ ਇੱਕ ਵਿਅਕਤੀ ਨੇ ਉਹਨਾਂ ਉੱਪਰ ਗੋਲੀਆਂ ਚਲਾ ਦਿੱਤੀਆਂ, ਜਿਸ ਦੌਰਾਨ ਇਮਰਾਨ ਖਾਨ ਦੇ ਪੈਰ ਦੇ ਵਿੱਚ ਗੋਲੀ ਲੱਗੀ ਅਤੇ ਇਸ ਦੌਰਾਨ ਇੱਕ ਸਮਰਥਕ ਦੀ ਮੌਤ ਵੀ ਹੋ ਗਈ। ਫਲੂ ਦੇ ਵੱਧ ਰਹੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਸੂਬੇ ਅਤੇ ਟੈਰੀਟਰੀਜ਼ ਵਿੱਚ ਹੁਣ ਨਵੇਂ ਨਿਯਮ ਐਲਾਨ ਕੀਤੇ ਜਾ ਰਹੇ ਨੇ। ਸਲਾਹ ਦਿੱਤੀ ਜਾ ਰਹੀ ਹੈ ਕਿ ਮਾਸਕ ਪਾਉਣ ਸੰਬੰਧੀ ਜ਼ਰੂਰ ਧਿਆਨ ਦਿੱਤਾ ਜਾਵੇ ਕਿਉਂਕਿ ਇਸ ਸਮੇਂ ਫਲੂ ਦੇ ਕੇਸਿਸ ਅੰਦਰ ਕਾਫੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਕੈਨੇਡਾ ਵਿੱਚ COVID-19, RSV ਅਤੇ ਫਲੂ ਦੇ ਕੇਸਾਂ ਵਿੱਚ ਭਾਰੀ ਵਾਧਾ। ਮਾਸਕ ਨੂੰ ਲੈ ਕੇ ਸੂਬੇ ਅਤੇ ਪ੍ਰਦੇਸ਼ ਦੇ ਨਵੇਂ ਫਰਮਾਨ। 2022 ਦੇ ਦੌਰਾਨ ਕੈਨੇਡੀਅਨ ਪ੍ਰਾਂਤਾਂ ਅਤੇ ਪ੍ਰਦੇਸ਼ਾਂ ਨੇ ਵੱਧਦੀ ਟੀਕਾਕਰਨ ਆਬਾਦੀ ਦੇ ਵਿਚਕਾਰ ਮਾਸਕ ਦੇ ਹੁਕਮਾਂ ਨੂੰ ਹਟਾ ਦਿੱਤਾ ਸੀ, ਜਿਵੇਂ ਕਿ ਬਹੁਤ ਸਾਰੇ ਪੱਛਮੀ ਦੇਸ਼ਾਂ ਨੇ ਕੀਤਾ ਸੀ। ਪਰ ਹੁਣ ਮਹਾਮਾਰੀ ਦੇ ਲਗਭਗ 3 ਸਾਲ ਹੋ ਗਏ ਨੇ ਤੇ ਇੱਕ ਵਾਰ ਫਿਰ ਤੋਂ ਕੈਨੇਡੀਅਨਸ ਨੂੰ ਦੁਬਾਰਾ ਮਾਸਕ ਪਹਿਨਣ ਦੀ ਗੱਲ ਚੱਲ ਰਹੀ ਹੈ ਕਿਉਂਕਿ ਹਸਪਤਾਲ COVID-19 ਸਮੇਤ ਕਈ ਬਿਮਾਰੀਆਂ ਦੀ ਲਹਿਰ ਨਾਲ ਜੂਝ ਰਹੇ ਨੇ। RSV ਦੇ ਮਾਮਲੇ ਅਸਾਧਾਰਨ ਤੌਰ ਤੇ ਵੱਧ ਰਹੇ ਨੇ ਅਤੇ ਬਿਮਾਰ ਬੱਚਿਆਂ ਨਾਲ ਹਸਪਤਾਲ ਦੇ ਐਮਰਜੈਂਸੀ ਕਮਰੇ ਭਰੇ ਪਏ ਨੇ। ਸਿਹਤ ਸੰਭਾਲ ਕਰਮਚਾਰੀ ਦਾ ਕਹਿਣਾ ਹੈ ਕਿ ਬੱਚਿਆਂ ਦੀ ਦਵਾਈ ਦੀ ਘਾਟ ਮਾਪਿਆਂ ਨੂੰ ਚਿੰਤਿਤ ਕਰ ਰਹੀ ਹੈ। ਇਸ ਦੇ ਨਾਲ ਹੀ ਫੈਡਰਲ ਪਬਲਿਕ ਹੈਲਥ ਏਜੰਸੀ ਦੇ ਅਨੁਸਾਰ ਕੈਨੇਡਾ ਹੁਣ ਅਧਿਕਾਰਿਤ ਤੌਰ ਤੇ ਫਲੂ ਦੀ ਮਹਾਮਾਰੀ ਵਿੱਚ ਹੈ ਅਤੇ ਅਧਿਕਾਰੀਆਂ ਅਤੇ ਜਨਤਕ ਸਿਹਤ ਮਾਹਰ ਦੁਆਰਾ ਇਸ ਬਾਰੇ ਚਿੰਤਾ ਵਧੀ ਹੋਈ ਹੈ ਕਿ COVID-19 ਦੇ ਨਵੇਂ ਰੂਪ ਜਨਸੰਖਿਆ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੇ ਨੇ ਕਿਉਂਕਿ ਲੋਕ ਘਰ ਦੇ ਅੰਦਰ ਨੇ।
ਅਤੇ ਜਦਕਿ ਫੈਡਰਲ ਸਿਹਤ ਅਧਿਕਾਰੀ ਕੈਨੇਡੀਅਨਸ ਨੂੰ ਘਰ ਦੇ ਅੰਦਰ ਮਾਸਕ ਪਹਿਨਣ ਦੀ ਜ਼ੋਰਦਾਰ ਸਿਫਾਰਿਸ਼ ਕਰ ਰਹੇ ਨੇ। ਡਾਕਟਰ ਥੈਰੇਸਾ ਟੇਮ ਕੈਨੇਡਾ ਦੀ ਮੁੱਖ ਜਨਤਕ ਸਿਹਤ ਅਧਿਕਾਰੀ ਨੇ 10 ਨਵੰਬਰ ਨੂੰ ਕਿਹਾ ਕਿ ਇਹ ਪ੍ਰਾਂਤਾਂ ਅਤੇ ਪ੍ਰਦੇਸ਼ਾਂ ਉੱਤੇ ਨਿਰਭਰ ਕਰਦਾ ਹੈ ਕਿ ਉਹ ਫੈਸਲਿਆਂ ਨੂੰ ਲਾਗੂ ਕਰਨ ਜਾਂ ਨਹੀਂ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਕੈਨੇਡਾ ਵਾਲਿਆਂ ਨੂੰ ਨਹੀਂ ਮਿਲ ਰਿਹਾ ਭਾਰਤ ਦਾ ਵੀਜ਼ਾ, ਇਲੈਕਟ੍ਰੋਨਿਕ ਵੀਜ਼ੇ ਬੰਦ, ਬੈਕਲੌਗ ਦੇ ਵਿੱਚ ਹੋਇਆ ਵਾਧਾ। ਕੀ ਹੈ ਕੈਨੇਡਾ ਵਿੱਚ 1.5 ਮਿਲੀਅਨ ਪ੍ਰਵਾਸੀਆਂ ਨੂੰ ਬੁਲਾਉਣ ਦਾ ਸੱਚ? ਸਰਕਾਰ ਨੇ ਕਿਉਂ ਰੱਖਿਆ ਟਾਰਗੇਟ? ਕੈਨੇਡਾ ਤੋਂ ਭਾਰਤ ਜਾਣ ਵਾਲੇ ਯਾਤਰੀਆਂ ਲਈ ਵੱਡਾ ਐਲਾਨ, ਹੁਣ ਨਹੀਂ ਭਰਨਾ ਪਵੇਗਾ 에ਅਰ ਸੁਵਿਧਾ ਫਾਰਮ। 4000 ਤੋਂ ਵੱਧ ਨੂੰ ਪੀਆਰ ਦਾ ਸੱਦਾ, ਐਕਸਪ੍ਰੈਸ ਐਂਟਰੀ ਦਾ ਡਰਾਅ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।